ਹੈਲੋ ਫਰੈਂਡਸ, ਆਮ ਆਦਮੀ ਬ੍ਰੇਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਜਿਵੇਂ ਕਿ ਸਟੂਡੈਂਟਸ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਪਰ ਅਸੀਂ ETT ਅਤੇ ਮਾਸਟਰ ਕੈਡਰ ਦੀ ਤਿਆਰੀ ਸੰਬੰਧੀ ਵੀਡੀਓਜ਼ ਅਪਲੋਡ ਕਰਦੇ ਹਾਂ। ਸਟੂਡੈਂਟ, ਜੋ ਤੁਹਾਡੇ ਲਈ ਵੀਡੀਓ ਅੱਜ ਲੈ ਕੇ ਆਏ ਹਾਂ ਉਸ ਵਿੱਚ ਅਸੀਂ ਸਾਇੰਸ ਦੇ ਬਹੁਤ ਹੀ ਮਹੱਤਵਪੂਰਨ 25 MCQ ਕਰਾਂਗੇ। ਸੋ ਸਟੂਡੈਂਟ, ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਪਲੇਲਿਸਟ ਦੇ ਵਿੱਚ ਜਾ ਕੇ ਆਪਣੀ ਤਿਆਰੀ ਸੰਬੰਧੀ ਹਰ ਸਬਜੈਕਟ ਦੀਆਂ ਬਹੁਤ ਹੀ ਮਹੱਤਵਪੂਰਨ ਵੀਡੀਓਜ਼ ਜ਼ਰੂਰ ਵੇਖਣਾ। ਤਾਂ ਸਟੂਡੈਂਟ, ਸ਼ੁਰੂ ਕਰਦੇ ਹਾਂ ਪਹਿਲਾ ਕੁਐਸਚਨ। ਉਹ ਦਰਪਣ ਜਿਸ ਦੀ ਫੋਕਸ ਦੂਰੀ -13 ਸੈਂਟੀਮੀਟਰ ਹੈ ਹੋਵੇਗਾ। ਤਾਂ ਸਟੂਡੈਂਟ, ਇਹ ਦਰਪਣ ਅਵਤਲ ਦਰਪਣ ਹੋਵੇਗਾ। ਤੁਸੀਂ ਸਟੂਡੈਂਟ ਯਾਦ ਰੱਖਣਾ ਹੈ, ਜਦੋਂ ਵੀ ਤੁਹਾਡੇ ਲਵੇ ਫੋਕਸ ਦੂਰੀ ਨੈਗੇਟਿਵ ਦੇ ਵਿੱਚ ਹੋਵੇਗੀ ਤਾਂ ਉਹ ਹਮੇਸ਼ਾ ਹੀ ਅਵਤਲ ਦਰਪਣ ਹੋਵੇਗਾ। ਜੇਕਰ ਫੋਕਸ ਦੂਰੀ ਪੋਜ਼ਿਟਿਵ ਦੇ ਵਿੱਚ ਦਿੱਤੀ ਹੋਵੇਗੀ ਤਾਂ ਸਟੂਡੈਂਟ ਉਹ ਉੱਤਲ ਦਰਪਣ ਹੋਵੇਗਾ। ਸੋ ਸਟੂਡੈਂਟ, ਇੱਥੇ ਸਾਡੇ ਲਵੇ ਜੋ ਫੋਕਸ ਦੂਰੀ ਦਿੱਤੀ ਹੈ ਉਹ ਮਾਈਨਸ ਦੇ ਵਿੱਚ ਦਿੱਤੀ ਹੈ, ਇਸ ਕਰਕੇ ਸਟੂਡੈਂਟ ਇਹ ਅਵਤਲ ਦਰਪਣ ਹੋਵੇਗਾ। ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਕਿਹੜਾ ਸੂਤਰ ਗਲਤ ਹੈ? ਤਾਂ ਸਟੂਡੈਂਟ, ਤੁਹਾਨੂੰ 4 ਫਾਰਮੂਲੇ ਦਿੱਤੇ ਨੇ, ਇਹਨਾਂ ਚੋਂ ਕਿਹੜਾ ਫਾਰਮੂਲਾ ਗਲਤ ਹੈ? ਤਾਂ ਆਪਸ਼ਨ ਡੀ ਇਸ ਦਾ ਆਨਸਰ ਆਏਗਾ। ਸਟੂਡੈਂਟ, ਬਾਕੀ ਦੇ ਜੋ ਫਾਰਮੂਲੇ ਨੇ ਇਹ ਸਾਡੇ ਲਈ ਦਰਪਣ ਫਾਰਮੂਲਾ ਹੈ। ਸਟੂਡੈਂਟ, ਇਹ ਸਾਡੇ ਲਈ ਫੋਕਸ ਤੋਂ ਆਰ ਵਕਰਤਾ ਅਰਧ ਵਿਆਸ ਦੇ ਵਿਚਕਾਰ ਫਾਰਮੂਲਾ ਹੈ ਤੇ ਸਟੂਡੈਂਟ ਇਹ ਜੋ ਫਾਰਮੂਲਾ ਹੈ ਇਹ ਸਾਡੇ ਲਈ ਮੈਗਨੀਫਿਕੇਸ਼ਨ ਕੱਢਣ ਦਾ ਫਾਰਮੂਲਾ ਹੈ। ਸੋ ਸਟੂਡੈਂਟ, ਸਾਡੇ ਲਈ ਡੀ ਆਪਸ਼ਨ ਹੈ, ਇਹ ਕੋਈ ਵੀ ਫਾਰਮੂਲਾ ਨਹੀਂ ਜੋ ਕਿ ਗਲਤ ਹੈ। ਨੈਕਸਟ ਕੁਐਸਚਨ ਉੱਪਰ ਚੱਲਦੇ ਹਾਂ। ਸਭ ਤੋਂ ਵੱਧ ਅਪਵਰਤਨ ਅੰਕ ਕਿਸ ਦਾ ਹੋਵੇਗਾ? ਤਾਂ ਸਟੂਡੈਂਟ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਪਵਰਤਨ ਅੰਕ ਕੀ ਹੁੰਦਾ ਹੈ। ਇਸ ਦੇ ਲਈ ਤੁਸੀਂ ਇਸ ਪਿਕ ਨੂੰ ਧਿਆਨ ਦੇ ਨਾਲ ਵੇਖੋ। ਸਟੂਡੈਂਟ, ਅਪਵਰਤਨ ਅੰਕ ਨੂੰ ਅਸੀਂ ਰੀਫਰੈਕਟਿਵ ਇੰਡੈਕਸ ਬੋਲਦੇ ਹਾਂ ਤੇ ਡਾਇਮੰਡ ਹੀਰੇ ਦਾ ਜੋ ਅਪਵਰਤਨ ਅੰਕ ਹੈ ਉਹ 2.42 ਹੁੰਦਾ ਹੈ। ਤਾਂ ਸਟੂਡੈਂਟ, ਅਪਵਰਤਨ ਅੰਕ ਦਾ ਮਤਲਬ ਕੀ ਹੈ? ਅਪਵਰਤਨ ਅੰਕ ਦਾ ਮਤਲਬ ਹੈ ਸਟੂਡੈਂਟ, ਜਦੋਂ ਪ੍ਰਕਾਸ਼ ਦੀ ਕਿਰਨ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਜਾਂਦੀ ਹੈ ਤਾਂ ਉਸ ਦੀ ਜਿਹੜੀ ਸਪੀਡ ਹੈ ਸਟੂਡੈਂਟ ਉਹ ਸਲੋ ਹੋ ਜਾਂਦੀ ਹੈ। ਤਾਂ ਜਿੰਨੇ ਗੁਣਾ ਪ੍ਰਕਾਸ਼ ਦੀ ਸਪੀਡ ਸਲੋ ਹੋਈ, ਇੱਥੇ ਲਿਖਿਆ ਸਟੂਡੈਂਟ ਦਾ ਲਾਈਟ ਇਨ ਡਾਇਮੰਡ ਵਿਲ ਰਿਡਿਊਸ ਬਾਈ ਦਾ ਫੈਕਟਰ ਆਫ 2.42, ਕਿਉਂਕਿ ਸਟੂਡੈਂਟ ਡਾਇਮੰਡ ਦਾ ਜਿਹੜਾ ਰੀਫਰੈਕਟਿਵ ਇੰਡੈਕਸ 2.42 ਹੈ, ਇਹਦਾ ਮਤਲਬ ਇਹ ਹੈ ਕਿ ਜਦੋਂ ਪ੍ਰਕਾਸ਼ ਦੀ ਕਿਰਨ ਹਵਾ ਤੋਂ ਡਾਇਮੰਡ ਦੇ ਵਿੱਚ ਜਾਂਦੀ ਹੈ ਤਾਂ ਉਸਦੀ ਜਿਹੜੀ ਸਪੀਡ ਹੈ ਉਹ ਰਿਡਿਊਸ ਹੋ ਜਾਂਦੀ ਹੈ 2.42। ਸੋ ਸਟੂਡੈਂਟ, ਤੁਹਾਨੂੰ ਪਤਾ ਲੱਗ ਚੁੱਕਾ ਹੋਵੇਗਾ ਕਿ ਰੀਫਰੈਕਟਿਵ ਇੰਡੈਕਸ ਕੀ ਹੈ। ਅਪਵਰਤਨ ਅੰਕ ਹੁੰਦਾ ਹੈ ਸਟੂਡੈਂਟ ਕਿ ਜਦੋਂ ਪ੍ਰਕਾਸ਼ ਦੀ ਕਿਰਨ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਜਾਂਦੀ ਹੈ ਤਾਂ ਉਸਦੀ ਸਪੀਡ ਹੈ ਜਿਹੜੀ ਉਹ ਘਟ ਜਾਂਦੀ ਹੈ ਜਾਂ ਫਿਰ ਵੱਧ ਵੀ ਸਕਦੀ ਹੈ। ਸਟੂਡੈਂਟ, ਡਿਪੈਂਡ ਕਰਦਾ ਹੈ ਮਾਧਿਅਮ ਦੇ ਉੱਪਰ। ਸਟੂਡੈਂਟ, ਜਿੰਨਾ ਰੀਫਰੈਕਟਿਵ ਇੰਡੈਕਸ ਹੋਏਗਾ ਸਪੀਡ ਓਨੇ ਹੀ ਗੁਣਾ ਘਟੇਗੀ। ਹੁਣ ਦੇਖੋ ਸਟੂਡੈਂਟ, ਇਸ ਪਿਕ ਦੇ ਵਿੱਚ ਤੁਹਾਨੂੰ ਵੱਖ-ਵੱਖ ਮਾਧਿਅਮ ਦੇ ਰੀਫਰੈਕਟਿਵ ਇੰਡੈਕਸ ਵਿਖਾਏ ਗਏ ਨੇ। ਪਾਣੀ ਦਾ ਰੀਫਰੈਕਟਿਵ ਇੰਡੈਕਸ 1.33 ਹੈ, ਗਲਾਸ ਦਾ 1.52, ਇਸੇ ਤਰੀਕੇ ਰੋਕ ਸਾਲਟ, ਰੂਬੀ ਤੇ ਡਾਇਮੰਡ ਦਾ 2.42 ਦਿੱਤਾ ਹੋਇਆ ਹੈ। ਇਸੇ ਤਰੀਕੇ ਤੁਸੀਂ ਸਟੂਡੈਂਟ ਇੱਥੇ ਹੋਰ ਰੀਫਰੈਕਟਿਵ ਇੰਡੈਕਸ ਨੇ ਜਿਹੜੇ ਉਹ ਨੋਟ ਕਰ ਸਕਦੇ ਹੋ। ਤਾਂ ਚੱਲਦੇ ਹਾਂ ਸਟੂਡੈਂਟ ਕੁਐਸਚਨ ਦੇ ਉੱਪਰ। ਤਾਂ ਸਟੂਡੈਂਟ, ਸਾਡਾ ਕੁਐਸਚਨ ਸੀਗਾ ਕਿ ਸਭ ਤੋਂ ਵੱਧ ਅਪਵਰਤਨ ਅੰਕ ਕਿਸ ਦਾ ਹੈ? ਤਾਂ ਸਟੂਡੈਂਟ, ਆਪਾਂ ਨੇ ਹੁਣੀ ਦੇਖਿਆ ਹੈ ਕਿ ਹੀਰੇ ਦਾ ਅਪਵਰਤਨ ਅੰਕ 2.42 ਹੈ, ਇਸ ਕਰਕੇ ਸਟੂਡੈਂਟ ਹੀਰੇ ਦਾ ਅਪਵਰਤਨ ਅੰਕ ਸਭ ਤੋਂ ਵੱਧ ਹੈ। ਜੇਕਰ ਹਵਾ ਦੀ ਗੱਲ ਕੀਤੀ ਜਾਵੇ ਸਟੂਡੈਂਟ, ਹਵਾ ਦਾ ਅਪਵਰਤਨ ਅੰਕ 1 ਹੋਏਗਾ। ਬਰਫ਼ ਦੀ ਗੱਲ ਕੀਤੀ ਜਾਵੇ ਤਾਂ 1.3 ਹੋਵੇਗਾ ਤੇ ਕੱਚ ਦੀ ਗੱਲ ਕੀਤੀ ਜਾਵੇ ਤਾਂ ਸਟੂਡੈਂਟ ਇਸ ਦਾ 1.5 ਹੁੰਦਾ ਹੈ ਤੇ ਹੀਰੇ ਦਾ 2.42 ਹੋਵੇਗਾ। ਸਟੂਡੈਂਟ, ਨੈਕਸਟ ਕੁਐਸਚਨ ਹੈ 5 ਮੀਟਰ ਫੋਕਸ ਦੂਰੀ ਵਾਲੇ ਉੱਤੇ ਲੈਂਜ ਦੀ ਸ਼ਕਤੀ। ਦੇਖੋ ਸਟੂਡੈਂਟ, ਜਦੋਂ ਵੀ ਤੁਸੀਂ ਸ਼ਕਤੀ ਪਤਾ ਕਰਨੀ ਹੈ ਤਾਂ ਫਾਰਮੂਲਾ ਲੱਗੇਗਾ P = 1/F। ਇੱਥੇ P ਪਾਵਰ ਯਾਨੀ ਕਿ ਸ਼ਕਤੀ ਨੂੰ ਦਰਸਾਉਂਦੀ ਹੈ ਤੇ F ਫੋਕਸ ਦੂਰੀ ਨੂੰ। ਤਾਂ ਸਟੂਡੈਂਟ 1/ ਫੋਕਸ ਦੂਰੀ ਸਾਡੇ ਲਈ 5 ਦਿੱਤੀ ਹੋਈ ਹੈ ਤਾਂ ਬਟਾ 5 ਕਰਾਂਗੇ। ਜਦੋਂ ਇਸ ਨੂੰ ਡਿਵਾਈਡ ਕਰੋਗੇ ਤਾਂ ਆਨਸਰ ਆਏਗਾ 0.2 ਡਾਇਓਪਟਰ। ਠੀਕ ਹੈ ਸਟੂਡੈਂਟ, ਸੋ ਇਸ ਦਾ ਆਨਸਰ ਆਏਗਾ ਆਪਸ਼ਨ ਸੀ। ਇਹ ਸ਼ਕਤੀ ਕੱਢਣ ਦਾ ਫਾਰਮੂਲਾ ਹੈ। ਸਟੂਡੈਂਟ, ਨੈਕਸਟ ਕੁਐਸਚਨ ਹੈ ਵਰਦਰਸ਼ਨ ਸ਼ਕਤੀ M ਦੀ ਇਕਾਈ ਕੀ ਹੈ? ਤਾਂ ਸਟੂਡੈਂਟ, ਕੁਐਸਚਨ ਹੈ ਕਿ ਵਰਦਰਸ਼ਨ ਦੀ ਸਾਡੇ ਤੋਂ ਇਕਾਈ ਪੁੱਛੀ ਗਈ ਹੈ। ਵਰਦਰਸ਼ਨ ਨੂੰ M ਦੇ ਨਾਲ ਲਿਖਿਆ ਜਾਂਦਾ ਕਿਉਂਕਿ ਸਟੂਡੈਂਟ ਇਸ ਨੂੰ ਅਸੀਂ ਮੈਗਨੀਫਿਕੇਸ਼ਨ ਕਹਿੰਦੇ ਹਾਂ। ਤੇ ਸਟੂਡੈਂਟ, ਮੈਗਨੀਫਿਕੇਸ਼ਨ ਕੱਢਣ ਦਾ ਫਾਰਮੂਲਾ ਹੋਏਗਾ ਪ੍ਰਤੀਬਿੰਬ ਦਾ ਸਾਈਜ਼ ਬਟਾ ਵਸਤੂ ਦਾ ਸਾਈਜ਼। ਦੇਖੋ ਸਟੂਡੈਂਟ, ਇੱਕ ਗੱਲ ਨੂੰ ਸਮਝ ਕੇ ਦੇਖੋ ਕਿ ਜਦੋਂ ਸਾਈਜ਼ ਲਿਖਿਆ ਹੈ ਸਟੂਡੈਂਟ, ਇਸ ਦੀ ਜੋ ਇਕਾਈ ਹੋਏਗੀ ਉਹੀ ਇਕਾਈ ਨੀਚੇ ਹੋਵੇਗੀ। ਮੰਨ ਲਓ ਜੇਕਰ ਇਹ ਲੰਬਾਈ ਸਾਡੇ ਕੋਲ ਮੀਟਰ ਦੇ ਵਿੱਚ ਹੈ ਤਾਂ ਨੀਚੇ ਵੀ ਮੀਟਰ ਦੇ ਵਿੱਚ ਹੋਵੇਗੀ, ਤਾਂ ਇਸ ਨੂੰ ਕੱਟੋਗੇ ਤਾਂ ਤੁਹਾਡੇ ਲਈ ਕੋਈ ਵੀ ਇਕਾਈ ਨਹੀਂ ਬਚਦੀ। ਸੋ ਸਟੂਡੈਂਟ, ਵਰਦਰਸ਼ਨ ਦੀ ਜਿਹੜੀ ਇਕਾਈ ਕੋਈ ਵੀ ਨਹੀਂ ਹੁੰਦੀ। ਆਪਸ਼ਨ ਸਾਡੇ ਲਈ ਆਏਗਾ ਡੀ। ਨੈਕਸਟ ਕੁਐਸਚਨ ਦੇ ਉੱਪਰ ਚੱਲਦੇ ਹਾਂ। ਕਰੰਟ ਚਾਲਕ ਦੁਆਰਾ ਚੁੰਬਕੀ ਖੇਤਰ ਦੀ ਦਿਸ਼ਾ ਦਾ ਪਤਾ ਲਗਾਇਆ ਜਾਂਦਾ ਹੈ।
ਤਾਂ ਸਟੂਡੈਂਟ ਇਸ ਕੁਐਸਚਨ ਦੇ ਲਈ ਤੁਸੀਂ ਇਸ ਪਿਕ ਨੂੰ ਧਿਆਨ ਦੇ ਨਾਲ ਵੇਖੋ। ਦੇਖੋ ਸਟੂਡੈਂਟ, ਇਸ ਦੇ ਵਿੱਚ ਸਾਡੇ ਲਵੇ ਇਹ ਇੱਕ ਕਰੰਟ ਵਾਹਕ ਚਾਲਕ ਹੈ ਜਿਸ ਦੇ ਵਿੱਚੋਂ ਕਰੰਟ ਲੰਘ ਰਿਹਾ ਹੈ, ਤੇ ਮੈਕਸਵੈਲ ਦੇ ਰਾਈਟ ਹੈਂਡ ਥੰਬ ਰੂਲ ਦੇ ਅਨੁਸਾਰ ਅਸੀਂ ਜਿਹੜੀ ਕਰੰਟ ਦੀ ਡਾਇਰੈਕਸ਼ਨ ਹੈ ਉਸ ਡਾਇਰੈਕਸ਼ਨ ਵਿੱਚ ਆਪਣਾ ਅੰਗੂਠਾ ਕਰਕੇ ਚੁੰਬਕੀ ਖੇਤਰ ਦੀ ਦਿਸ਼ਾ ਪਤਾ ਕਰ ਸਕਦੇ ਹਾਂ। ਸੋ ਸਟੂਡੈਂਟ ਇਹੀ ਕੁਐਸਚਨ ਸੀ। ਇਹਦਾ ਆਨਸਰ ਆਏਗਾ ਸਟੂਡੈਂਟ ਆਪਸ਼ਨ ਬੀ, ਮੈਕਸਵੈਲ ਦੇ ਸੱਜੇ ਹੱਥ ਦੇ ਨਿਯਮ ਦੇ ਅਨੁਸਾਰ। ਨੈਕਸਟ ਕੁਐਸਚਨ ਦੇ ਉੱਪਰ ਚੱਲਦੇ ਹਾਂ। ਗਰਮ ਕਰਨ ਨਾਲ ਚੁੰਬਕ ਦੀ ਚੁੰਬਕਤਾ 'ਤੇ ਕੀ ਪ੍ਰਭਾਵ ਪਵੇਗਾ? ਤਾਂ ਸਟੂਡੈਂਟ ਗਰਮ ਕਰਨ ਦੇ ਨਾਲ ਕਿਸੇ ਵੀ ਚੁੰਬਕ ਦੀ ਜਿਹੜੀ ਚੁੰਬਕਤਾ ਹੈ ਉਹ ਘਟ ਜਾਵੇਗੀ। ਜੇਕਰ ਤੁਸੀਂ ਕਿਸੇ ਚੁੰਬਕ ਨੂੰ ਬਹੁਤ ਉਚਾਈ ਤੋਂ ਹੇਠਾਂ ਸਿੱਟਦੇ ਹੋ ਤਾਂ ਵੀ ਉਸਦੀ ਚੁੰਬਕਤਾ ਘਟ ਜਾਂਦੀ ਹੈ, ਇਹ ਵੀ ਤੁਸੀਂ ਯਾਦ ਰੱਖੋਗੇ। ਨੈਕਸਟ ਕੁਐਸਚਨ ਦੇ ਉੱਪਰ ਚੱਲਦੇ ਹਾਂ। ਨਿਊਕਲੀਅਰ ਰਿਐਕਟਰ ਵਿੱਚ ਵਿਖੰਡਨ ਕਿਰਿਆ ਨੂੰ ਨਿਯੰਤਰਿਤ ਕਰਨ ਵਾਲੀ ਧਾਤ। ਸਟੂਡੈਂਟ ਨਿਊਕਲੀਅਰ ਰਿਐਕਟਰ ਦੇ ਵਿੱਚ ਜਿਹੜੀ ਉਹ ਇਸ ਕਿਰਿਆ ਨੂੰ, ਵਿਖੰਡਨ ਕਿਰਿਆ ਨੂੰ ਕੰਟਰੋਲ ਕਰਦੀ ਹੈ, ਉਹ ਧਾਤ ਕਿਹੜੀ ਵਰਤੀ ਜਾਂਦੀ ਹੈ? ਤਾਂ ਆਨਸਰ ਆਏਗਾ ਸਟੂਡੈਂਟ ਕੈਡਮੀਅਮ ਦੀਆਂ ਛੜਾਂ। ਸਟੂਡੈਂਟ ਇਸ ਨੂੰ ਸਮਝਣ ਲਈ ਇਸ ਪਿਕ ਨੂੰ ਧਿਆਨ ਦੇ ਨਾਲ ਵੇਖੋ। ਦੇਖੋ ਸਟੂਡੈਂਟ, ਇਹ ਸਾਡੇ ਲਈ ਨਿਊਕਲੀਅਰ ਰਿਐਕਟਰ ਹੈ ਤੇ ਇਸ ਨਿਊਕਲੀਅਰ ਰਿਐਕਟਰ ਦੇ ਵਿੱਚ ਇਹ ਕੰਟਰੋਲ ਰੋਡਸ ਨੇ ਜਿਹੜੀਆਂ ਉਹ ਵਰਤੀਆਂ ਗਈਆਂ ਨੇ। ਤੇ ਸਟੂਡੈਂਟ ਇਸ ਪਿਕ ਤੋਂ ਤੁਹਾਨੂੰ ਪੂਰਾ ਕਲੀਅਰ ਹੋ ਜਾਵੇਗਾ ਕਿ ਜਿਹੜੀਆਂ ਇਹ ਕੰਟਰੋਲ ਰੋਡਸ ਨੇ ਇਹ ਕੈਡਮੀਅਮ ਦੀਆਂ ਛੜਾਂ ਵਰਤੀਆਂ ਜਾਂਦੀਆਂ ਨੇ। ਤੇ ਨਿਊਕਲੀਅਰ ਰਿਐਕਟਰ ਦੇ ਵਿੱਚ ਸਟੂਡੈਂਟ ਯੂਰੇਨੀਅਮ 235 ਨੂੰ ਵਰਤਿਆ ਜਾਂਦਾ ਹੈ। ਸਟੂਡੈਂਟ ਇਹ ਨਿਊਕਲੀਅਰ ਰਿਐਕਟਰ ਹੈ ਜਿਹੜਾ ਬਿਜਲੀ ਪੈਦਾ ਕਰਦਾ ਹੈ। ਇਸ ਨਿਊਕਲੀਅਰ ਰਿਐਕਟਰ ਤੋਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ, ਪਰ ਸਟੂਡੈਂਟ ਇਸ ਨੂੰ ਵਰਤਿਆ ਨਹੀਂ ਜਾਂਦਾ। ਇਸ ਦਾ ਕਾਰਨ ਇਹ ਹੈ ਕਿ ਜਿਹੜਾ ਨਿਊਕਲੀਅਰ ਰਿਐਕਟਰ ਹੈ ਇਸ ਦੇ ਵਿੱਚ ਯੂਰੇਨੀਅਮ ਵਰਤਿਆ ਜਾਂਦਾ ਹੈ ਕਿ ਜਿਹੜਾ ਯੂਰੇਨੀਅਮ ਹੈ ਇਹ ਸਾਡੇ ਸਰੀਰ ਵਾਸਤੇ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ। ਜੇਕਰ ਨਿਊਕਲੀਅਰ ਰਿਐਕਟਰ ਦੇ ਵਿੱਚ ਯੂਰੇਨੀਅਮ ਦੀ ਲੀਕੇਜ ਹੋ ਜਾਵੇ ਤਾਂ ਇਸ ਦੇ ਨਾਲ ਸਟੂਡੈਂਟ ਕੈਂਸਰ ਵਰਗੀਆਂ ਤੇ ਚਮੜੀ ਦੇ ਰੋਗ ਨੇ ਜਿਹੜੇ ਉਹ ਪੈਦਾ ਹੋ ਜਾਂਦੇ ਨੇ। ਇਸ ਕਰਕੇ ਨਿਊਕਲੀਅਰ ਰਿਐਕਟਰ ਜ਼ਿਆਦਾ ਨਹੀਂ ਲਗਾਏ ਜਾਂਦੇ। ਨੈਕਸਟ ਕੁਐਸਚਨ ਸਾਡੇ ਲਵੇ, ਬਿਜਲੀ ਪੋਟੈਂਸ਼ੀਅਲ ਦੀ ਇਕਾਈ ਕੀ ਹੈ? ਤਾਂ ਸਟੂਡੈਂਟ ਪੋਟੈਂਸ਼ੀਅਲ ਦੀ ਇਕਾਈ ਪੁੱਛੀ ਹੈ ਤਾਂ ਯਾਦ ਰੱਖੋਗੇ ਵੋਲਟ, ਤੇ ਇਸ ਨੂੰ V ਦੇ ਨਾਲ ਲਿਖਿਆ ਜਾਂਦਾ ਹੈ। ਨੈਕਸਟ ਕੁਐਸਚਨ, ਉਹ ਢੰਗ ਜਿਸ ਨਾਲ ਐਮੀਟਰ ਸਰਕਟ ਵਿੱਚ ਲਾਇਆ ਜਾਂਦਾ ਹੈ। ਤਾਂ ਸਟੂਡੈਂਟ ਤੁਸੀਂ ਯਾਦ ਰੱਖਣਾ ਹੈ ਕਿ ਜਿਹੜਾ ਐਮੀਟਰ ਹੈ ਇਹ ਕਰੰਟ ਨੂੰ ਮਾਪਦਾ ਹੈ, ਤੇ ਸਟੂਡੈਂਟ ਇਸ ਕਰਕੇ ਐਮੀਟਰ ਨੂੰ ਹਮੇਸ਼ਾ ਹੀ ਲੜੀ ਦੇ ਵਿੱਚ ਲਗਾਇਆ ਜਾਂਦਾ ਹੈ, ਭਾਵ ਸੀਰੀਜ਼ ਦੇ ਵਿੱਚ ਲਗਾਇਆ ਜਾਂਦਾ ਹੈ। ਇਸ ਨੂੰ ਤੁਸੀਂ ਯਾਦ ਰੱਖੋਗੇ। ਨੈਕਸਟ ਕੁਐਸਚਨ ਦੇ ਉੱਪਰ ਚੱਲਦੇ ਹਾਂ ਸਟੂਡੈਂਟ, ਤੀਹਰੇ ਬੰਧਨ ਵਿੱਚ ਕਿੰਨੇ ਇਲੈਕਟ੍ਰੋਨ ਸਾਂਝੇ ਹੁੰਦੇ ਹਨ? ਦੇਖੋ ਸਟੂਡੈਂਟ, ਤੁਸੀਂ ਯਾਦ ਰੱਖਣਾ ਹੈ ਕਿ ਇੱਕ ਬੰਧਨ ਦੇ ਵਿੱਚ 2 ਇਲੈਕਟ੍ਰੋਨ ਹੋਣਗੇ। ਫਾਰ ਐਗਜ਼ਾਮਪਲ, ਜੇਕਰ ਕਾਰਬਨ ਅਤੇ ਕਾਰਬਨ ਦਾ ਅਕੇਰਾ ਬੰਧਨ ਬਣੇਗਾ ਤਾਂ ਇੱਥੇ ਇੱਕ ਕਾਰਬਨ ਦਾ ਇਲੈਕਟ੍ਰੋਨ ਹੋਏਗਾ ਤੇ ਇੱਕ ਇਲੈਕਟ੍ਰੋਨ ਸਟੂਡੈਂਟ ਇੱਥੇ ਹੋਏਗਾ। ਤੇ ਇਸ ਵਿੱਚ ਸਟੂਡੈਂਟ ਕੀ ਹੋਏਗਾ ਕਿ ਇਹ ਆਪਸੀ ਬੰਧਨ ਬਣਾਉਣਗੇ ਤਾਂ ਇੱਕ ਬੰਧਨ ਬਣਿਆ, ਤੇ ਸਟੂਡੈਂਟ ਇਲੈਕਟ੍ਰੋਨ ਕਿੰਨੇ ਨੇ? 2। ਇੱਕ ਇੱਥੇ ਹੋਏਗਾ ਤੇ ਇੱਕ ਇਸ ਜਗ੍ਹਾ ਤੇ ਹੋਏਗਾ। ਹੁਣ ਪੁੱਛਿਆ ਗਿਆ ਤੀਹਰੇ ਬੰਧਨ 'ਚ ਕਿੰਨੇ ਹੋਣਗੇ? ਤਾਂ ਸਟੂਡੈਂਟ ਜਦੋਂ ਇੱਕ 'ਚ 2 ਨੇ ਤਾਂ 2 ਬੰਧਨਾਂ ਦੇ ਵਿੱਚ 4 ਇਲੈਕਟ੍ਰੋਨ ਹੋਣਗੇ। ਤਾਂ ਸਟੂਡੈਂਟ ਤੀਹਰੇ ਬੰਧਨ 'ਚ ਜੇਕਰ ਤੀਹਰੇ ਬੰਧਨ ਨੇ ਤਾਂ ਤੁਹਾਡੇ ਲਵੇ 6 ਇਲੈਕਟ੍ਰੋਨ ਹੋਣਗੇ। ਇਸ ਨੂੰ ਤੁਸੀਂ ਯਾਦ ਰੱਖੋਗੇ। ਆਪਸ਼ਨ ਡੀ ਇਸ ਦਾ ਆਨਸਰ ਆਏਗਾ, ਕਿਉਂਕਿ ਸਟੂਡੈਂਟ ਇੱਕ ਬੰਧਨ ਦੇ ਬਣਾਉਣ ਵਾਸਤੇ 2 ਇਲੈਕਟ੍ਰੋਨਾਂ ਦੀ ਜ਼ਰੂਰਤ ਹੁੰਦੀ ਹੈ, ਤੇ ਸਟੂਡੈਂਟ ਤੀਹਰੇ ਬੰਧਨ ਵਾਸਤੇ ਜਾਣੀ ਕਿ ਤੀਹਰੇ ਬੰਧਨ ਬਣਾਉਣ ਵਾਸਤੇ ਸਾਨੂੰ 6 ਇਲੈਕਟ੍ਰੋਨਾਂ ਦੀ ਜ਼ਰੂਰਤ ਪਵੇਗੀ। ਚੱਲਦੇ ਹਾਂ ਜੀ ਨੈਕਸਟ ਕੁਐਸਚਨ ਦੇ ਉੱਪਰ, ਸਮੰਗੀ ਪ੍ਰਤੀਕਿਰਿਆ ਦੀ ਖੋਜ ਕਿਸਨੇ ਕੀਤੀ? ਸਟੂਡੈਂਟ ਸਮੰਗੀ ਪ੍ਰਤੀਕਿਰਿਆ ਨੂੰ ਅਸੀਂ ਆਈਸੋਮਰ ਰਿਐਕਸ਼ਨ ਕਹਿੰਦੇ ਹਾਂ, ਤੇ ਇਸ ਦੀ ਖੋਜ ਹੈ ਜਿਹੜੀ ਉਹ ਵੂਲਰ ਨੇ ਕੀਤੀ ਸੀ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਸ ਪਿਕ ਨੂੰ ਧਿਆਨ ਦੇ ਨਾਲ ਵੇਖੋ। ਤਾਂ ਸਟੂਡੈਂਟ ਇਸ ਪਿਕ ਤੋਂ ਤੁਸੀਂ ਦੇਖੋ ਕਿ ਜਿਹੜੀ ਆਈਸੋਮਰ ਰਿਐਕਸ਼ਨ ਦੀ ਖੋਜ ਸੀ ਉਹ 1828 ਦੇ ਵਿੱਚ ਫਰੈਡਰਿਚ ਵੂਲਰ ਨੇ ਕੀਤੀ ਸੀ, ਤੇ ਇਸ ਪ੍ਰੋਸੈਸ ਨੂੰ ਸਟੂਡੈਂਟ ਆਈਸੋਮਰਾਈਜੇਸ਼ਨ ਕਿਹਾ ਜਾਂਦਾ ਹੈ। ਸੋ ਸਟੂਡੈਂਟ ਇਸ ਕੁਐਸਚਨ ਦਾ ਆਏਗਾ ਵੂਲਰ। ਚੱਲਦੇ ਹਾਂ ਜੀ ਨੈਕਸਟ ਕੁਐਸਚਨ ਦੇ ਉੱਪਰ, ਮੋਲ ਇੱਕ ਸੰਖਿਆ ਹੈ। ਤਾਂ ਸਟੂਡੈਂਟ ਜਿਹੜਾ 1 ਮੋਲ ਹੈ ਉਹ 6.023 × 10⁻23 ਦੇ ਬਰਾਬਰ ਹੁੰਦਾ ਹੈ। ਕਈ ਜਗ੍ਹਾ ਤੇ ਸਟੂਡੈਂਟ ਤੁਹਾਨੂੰ 6.022 × 10⁻23 ਵੀ ਲਿਖਿਆ ਦੇਖੇਗਾ, ਦੋਨੋਂ ਹੀ ਇਹ ਸਹੀ ਹਨ। ਨੈਕਸਟ ਕੁਐਸਚਨ ਹੈ, ਇਥਾਈਨ ਦੀ ਸੰਰਚਨਾਤਮਕ ਸੂਤਰ ਲਿਖੋ। ਦੇਖੋ ਸਟੂਡੈਂਟ, ਜਦੋਂ ਇਥਾਈਨ ਕਿਹਾ ਗਿਆ ਹੈ ਤਾਂ ਇਟ ਮੀਨਸ ਇਸ 'ਚ ਤੀਹਰਾ ਬੰਧਨ ਹੋਣਾ ਜ਼ਰੂਰੀ ਹੈ, ਤੇ ਤੀਹਰਾ ਬੰਧਨ ਸਾਡੇ ਲਈ ਸਿਰਫ ਫਸਟ ਆਪਸ਼ਨ ਦੇ ਵਿੱਚ ਹੀ ਹੈ। ਕਲੀਅਰ ਸਟੂਡੈਂਟ? ਜੇਕਰ ਤੁਹਾਨੂੰ ਇਥੇਨ ਕਿਹਾ ਜਾਂਦਾ ਸਟੂਡੈਂਟ, ਇੱਥੇ ਸਮਝਣ ਵਾਲੀ ਗੱਲ ਹੈ, ਜੇਕਰ ਤੁਹਾਨੂੰ ਇਥੇਨ ਕਿਹਾ ਜਾਂਦਾ ਤਾਂ ਤੁਹਾਡਾ ਆਨਸਰ ਅਕੇਰੇ ਬੰਧਨ ਵਾਲਾ ਆਉਂਦਾ। ਜੇਕਰ ਤੁਹਾਨੂੰ ਇਥੀਨ ਕਿਹਾ ਜਾਂਦਾ ਸਟੂਡੈਂਟ ਤਾਂ ਤੁਹਾਡਾ ਆਨਸਰ ਦੂਰੇ ਬੰਧਨ ਵਾਲਾ ਆਉਂਦਾ। ਕਲੀਅਰ ਸਟੂਡੈਂਟ? ਸੋ ਤੁਹਾਡਾ ਆਨਸਰ ਇੱਥੇ ਏ ਆਏਗਾ, ਤੀਹਰੇ ਬੰਧਨ ਵਾਲਾ। ਸਟੂਡੈਂਟ ਜੇਕਰ ਡੀ ਆਪਸ਼ਨ ਦੇਖੋ ਤਾਂ ਏ ਤੇ ਡੀ ਆਪਸ਼ਨ 'ਚ ਕੋਈ ਵੀ ਫਰਕ ਨਹੀਂ। ਸੋ ਦੋਨੋਂ ਹੀ ਆਪਸ਼ਨ ਇਹ ਸੇਮ ਨੇ, ਇੱਥੇ ਵੀ ਤੀਹਰਾ ਬੰਧਨ ਹੈ ਤੇ ਇੱਥੇ ਵੀ ਤੀਹਰਾ ਬੰਧਨ ਹੈ। ਸੋ ਤੁਸੀਂ ਆਪਣਾ ਆਨਸਰ ਏ ਵੀ ਦੇ ਸਕਦੇ ਹੋ ਜਾਂ ਫਿਰ ਡੀ ਵੀ ਦੇ ਸਕਦੇ ਹੋ, ਦੋਨੋਂ ਹੀ ਸਹੀ ਹਨ।
क्लीयर स्टूडेंट। बट जेकर तुहाडे तो इथेन पूछा जाता तो याद रखना स्टूडेंट, जे तुहाडे तो इथेन पूछा जाता तो तुहाडा ये आंसर हुंदा। जेकर तुहाडे तो इथीन पूछा जाता स्टूडेंट तो तुहाडा आंसर ए वाला होना सीगा। बट तुहाडे तो इथाइन पूछा गया तो तुसीं आंसर तीरे बंदे वाला देना गा। ए भी हो सकता है तो डी भी हो सकता है। चलते हैं जी नैक्सट क्वेश्चन के उपर। सोडियम हाइड्रोक्साइड ऑक्साइड के घोल द्वारा चर्बी ਨੂੰ अपघटित ਕਰਨ ਦੀ ਕਿਰਿਆ ਨੂੰ ਕੀ ਕਹਿੰਦੇ ਹਨ? ਤਾਂ ਸਟੂਡੈਂਟ ਇਸ ਕਿਰਿਆ ਨੂੰ ਕਹਿੰਦੇ ਆ ਸਾਬਣੀਕਰਨ। मतलब कि स्टूडेंट जो साबन बनाई जाती है तो सोडियम हाइड्रोक्साइड के घोल के चर्बी में मिलाया जाता है। इस किरिया को साबणीकरण कहा जाता है। नैक्सट क्वेश्चन के उपर चलते हैं स्टूडेंट। हाइड्रोजन का पुंज है स्टूडेंट, हाइड्रोजन का जो पुंज है वह 2 AMU की फुल फॉर्म एटॉमिक मास यूनिट है। स्टूडेंट हाइड्रोजन का जो परमाणु अंक है वह 1 है तो जो पुंज है स्टूडेंट वो लगभग अंक तो दुगना होंगे है। सो 1 तो यह 2 बनेगा। सो आंसर आएगा 2 एटॉमिक मास यूनिट। नैक्सट क्वेश्चन पर चलते हैं। प्रोटियम ड्यूटीरियम और ट्रिटीरियम किस दे समस्थानक हैं? तो स्टूडेंट यह हाइड्रोजन के समस्थानक हैं। प्रोटियम नू स्टूडेंट असी H1 ਦੇ ਨਾਲ ਲਿਖਦੇ ਹਾਂ, ਡਿਊਟੀਰੀਅਮ ਨੂੰ स्टूडेंट ਅਸੀਂ H2 ਦੇ ਨਾਲ ਲਿਖਿਆ ਜਾਂਦਾ ਹੈ ਅਤੇ ਟ੍ਰਿਟੀਰੀਅਮ ਨੂੰ स्टूडेंट 1 3 ਦੇ ਨਾਲ ਲਿਖਿਆ ਜਾਂਦਾ ਹੈ। 3 ट्राई ਨੂੰ रिप्रजेंट करता है इस करके ट्रिटीरीयम, 2 डाई ਨੂੰ रिप्रजेंट करता है स्टूडेंट इस करके इसਨੂੰ ड्यूटीरीयम कहा जाता है। ਇਹ ਤਿੰਨੋਂ ही हाइड्रोजन के समस्थानक हैं। समस्थानक ਨੂੰ ਅਸੀਂ आइसोटोप भी कहते हैं। नैक्सट क्वेश्चन पर चलते हैं। गामा किरणा विच डैश चार्ज होंदा है? तो स्टूडेंट गामा किरणा के उपर कोई भी चार्ज नहीं होंदा। इसनूं तुसीं याद रखोगे, गामा किरणा उपर कोई भी चार्ज नहीं होंदा। नैक्सट क्वेश्चन पर चलते हैं। एस्टिक अमल का सूत्र? तो स्टूडेंट जिहड़ी एस्टिक अमल है इसका सूत्र होगा ऑप्शन बी CH3COOH। यह एस्टिक अमल का सूत्र है। तो स्टूडेंट एस्टिक अमल नूं असीं एस्टिक एसिड भी कहते हाँ, इसनूं स्टूडेंट सिरका भी कहा जाता है, इसनूं विनेगर भी कहा जाता है स्टूडेंट, तो इस नूं ही इथेनोइक एसिड भी कहा जाता है। सो यह इसके सारे टोटल नेम ने, तुसीं इन्हां नूं जरूर याद रखना है। एस्टिक अमल नूं सिरका, विनेगर, इथेनोइक एसिड या फिर CH3COOH कहा जाता है। नैक्सट क्वेश्चन के उपर चलते हैं जी। तत्तां दे गुण आवर्तक फलन हैं? तो तत्तां दे गुण किस कारण होंदे ने? तो स्टूडेंट यह परमाणु संख्या के कारण होणगे जिन्हां नूं असीं एटॉमिक नंबर कहते हैं। क्योंकि स्टूडेंट जिन्ना एटॉमिक नंबर होगा उस दे नाल उसदे बाहरले शैलों की गिनती आएगी, बाहरले शैलों में इलैक्ट्रॉनों की गिनती आएगी, जो सानू दसेगा कि यह तत्त मैटल है या नॉन मैटल या फिर मैटालॉइड। सो यह सानू पता लगता है एटॉमिक नंबर तो, यानी कि परमाणु संख्या तो। नैक्सट क्वेश्चन उपर चलते हैं। आवर्ती सारणी विच इक्को ही ग्रुप के मैंबर हैं? तुहानू पता है कि आवर्ती सारणी दे विच जो इस तरह खड़े दा ने यह सारे ग्रुप ने। तो तुसीं स्टूडेंट देखोगे कि लास्ट तो एक छड्ड के इत्थे फ्लोरीन लिखा होएगा, ये नीचे ही क्लोरीन है तो ये नीचे ही ब्रोमीन है। यह स्टूडेंट इक्को ही ग्रुप के मैंबर हैं, इन्हां नूं असीं हैलोजन्स कहने हाँ। तो स्टूडेंट आंसर आएगा ऑप्शन सी फ्लोरीन, क्लोरीन, ब्रोमीन। यह तीनों ही इक्को ही ग्रुप के मैंबर हैं तो इन्हां दा ग्रुप नंबर 17 हुंदा है। नैक्सट क्वेश्चन के उपर चलते हैं। एलूमीनियम के सब तो बाहरी शैल में इलैक्ट्रॉन की संख्या? तो स्टूडेंट तुहानू पता है कि जो एलूमीनियम है इसका जो परमाणु अंक है स्टूडेंट वो 13 है। तो करके स्टूडेंट जो यदि इलैक्ट्रॉनिक कन्फिगरेशन लिखांगे तो पहले शैल के 2, उस बाद दूजे शैल के 8 तो बाहरले शैल 3। तो यह 13 पूरे होंगे। तो पूछा गया कि बाहरली शैल कितने इलैक्ट्रॉन होंगे, तो आंसर आएगा 3। सो स्टूडेंट इसका आंसर बनेगा ऑप्शन बी। चलते हैं जी नैक्सट क्वेश्चन के उपर। जिन्हां तत्तां दा परमाणु अंक बराबर हुंदा है तो पुंज भिन्न भिन्न होवे उन्हां नूं असीं की कहते हैं? तो स्टूडेंट उन्हां नूं असीं कहने हाँ समस्थानक। पहला भी गल कर चुके हैं, या फिर इसनूं तुसीं आइसोटोप भी कह सकते हो। तो स्टूडेंट समस्थानक की मैं जेकर तुहानूं एग्जाम्पल देवां तो देखो स्टूडेंट कार्बन है साडे लवे, कार्बन 612, कार्बन 613 तो कार्बन 614। देखो स्टूडेंट जो नीचे दिता है यह अंक नूं दर्शाउंदे ने, तो इस विच लिखा है जिन्हां दे परमाणु अंक बराबर। तो परमाणु अंक स्टूडेंट बराबर हैं पर पुंज भिन्न भिन्न, इत्थे 12 13 14 जिहड़ा पुंज है यह भिन्न भिन्न है। इस करके स्टूडेंट इसनूं असीं समस्थानक या फिर आइसोटोप कहांगे। चलते हैं जी नैक्सट क्वेश्चन के उपर।
ਸੋਡੀਅਮ ਕਲੋਰੀਨ ਨਾਲ ਕਿਰਿਆ ਕਰਕੇ ਬਣਾਉਂਦਾ ਹੈ। ਦੇਖੋ ਸਟੂਡੈਂਟ, ਸੋਡੀਅਮ ਹੈ ਜਿਹੜਾ ਇਸ ਦੇ ਬਾਹਰਲੇ ਸ਼ੈਲ ਦੇ ਵਿੱਚ 1 ਇਲੈਕਟ੍ਰੋਨ ਹੋਏਗਾ, ਇਸ ਕਰਕੇ 1 ਇਲੈਕਟ੍ਰੋਨ ਛੱਡ ਕੇ ਇਹ ਪੋਜ਼ਿਟਿਵ ਚਾਰਜ ਲੈ ਲੈਂਦਾ ਹੈ ਤੇ ਕਲੋਰੀਨ ਦੇ ਬਾਹਰਲੇ ਸ਼ੈਲ 'ਚ 7 ਹੁੰਦੇ ਨੇ ਤੇ 1 ਇਲੈਕਟ੍ਰੋਨ ਇਹ ਗੇਨ ਕਰਦਾ ਹੈ। ਇਸ ਕਰਕੇ ਸਟੂਡੈਂਟ ਜਦੋਂ ਪਲੱਸ ਮਾਈਨਸ ਦੇ ਨਾਲ ਜੁੜਦਾ ਹੈ ਤਾਂ ਉਦੋਂ ਆਇਨਿਕ ਬੰਧਨ ਬਣੇਗਾ। ਕਲੀਅਰ ਸਟੂਡੈਂਟ, ਤੁਸੀਂ ਯਾਦ ਰੱਖਣਾ ਹੈ ਕਿ ਸੋਡੀਅਮ ਕਲੋਰਾਈਡ ਜਿਹੜਾ ਕਿ ਖਾਣ ਵਾਲਾ ਨਮਕ ਹੈ ਉਸ ਦੇ ਵਿੱਚ ਆਇਨਿਕ ਬੰਧਨ ਹੋਵੇਗਾ। ਸੋ ਸਟੂਡੈਂਟ, ਉਮੀਦ ਹੈ ਕਿ ਵੀਡੀਓ ਚੰਗੀ ਲੱਗੀ ਹੋਵੇਗੀ। ਪਲੀਜ਼ ਇਸ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਪਲੇਲਿਸਟ ਦੇ ਵਿੱਚ ਜਾ ਕੇ ਤੇ ਜੋ ਵੀਡੀਓ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਉਹਨਾਂ ਨੂੰ ਵੀ ਜ਼ਰੂਰ ਵੇਖੋ। ਧੰਨਵਾਦ ਸਟੂਡੈਂਟਸ।